हर हर महादेव कांवड़ संघ का लंगर जिहड़ा है चल रहा तो उस लंगर की व्यवस्था अली अब्दुल्ला प्रोविजन स्टोर के अगे की गई है। हिंदू मुस्लिम एकता का जिहड़ा इस तो वड्डा सानू की संदेश मिल सकता है। वेलकम टू हरिद्वार कुंभ सिटी। हाँ जी, हरिद्वार की यात्रा नूं जांदिआं सानू रस्ते च धूरी तो ही बंदे मिल गए कांवड़ यात्रा के संबंध च आए हुए ने वो। तो मैनू अज पहली बारी पता लग्या कि कांवड़ यात्रा का की सिस्टम हुंदा, की किवें प्रबंध हुंदा। कांवड़ यात्रा हुंदी की है, देख सकते हैं कि जिहड़े कांवड़ लैके आ रहे हैं इसनूं कांवड़ कहंदे ने। बेसिकली ये वਹਿੰਗੀ के स्ट्रक्चर वर्गा बनया उहदे च गंगा जल रखा हुंदा। तो मेरे मन च यह जग्यासा उठी जो मैं सारा प्रबंध देखा कि यार कांवड़ यात्रा का की मतलब सिस्टम है, किवें हुंदा है। तो साडे नाल सेमा बाई जी ने धूरी तो कांवड़ यात्रा का की इतिहास की महत्व की है, क्यों कढ़ी जाती है? बहुत पुरानी परंपरा चली आ रही है। ये रामचंद्र जी तो शुरू हुई प्रथा जी है, ये हुण तक चलती आ रही है। ये भी रामचंद्र जी ने कांवड़ भर के गंगा जल जी भर के ये भोले शंकर दे अर्पित की थी। उदों की मतलब ये परंपरा चलती आ रही है। हर साल तुसी शिवरात्रि के नेड़े इस साल च 2 बारी यात्रा चलती है जी। अच्छा, एक तो महाशिवरात्रि के मौके पर जी, तो एक सावन महीने के साडा टोटल जत्था जिहड़ा है 100 मतलब 40-45 बंदों का है जी। अच्छा, ਜਿਹੜੇ ਧੂਰੀ ਤੋਂ ਅਸੀਂ ਚੱਲੇ ਆ। ਹਰ ਗਰੁੱਪ ਦੇ ਵਿੱਚ ਮਤਲਬ ਸਾਡੇ 21 ਕਾਵੜੀਏ ਨੇ ਤੇ ਜਿਹੜੇ ਇੱਕ ਗਰੁੱਪ ਔਨ ਰੋਡ ਰਹਿੰਦਾ ਜੀ ਹਰ ਟਾਈਮ। ਇੱਕ ਗਰੁੱਪ ਜਿਹੜਾ ਹੈ ਪੈਦਲ ਚੱਲਦਾ ਉਹ, ਤੇ ਦੂਜਾ ਜਿਹੜੇ ਦੂਜੇ ਗਰੁੱਪ ਨੇ ਟਰੱਕ ਵਿੱਚ ਰਹਿੰਦੇ ਨੇ। ਉਹ 10 ਕਿਲੋਮੀਟਰ ਤੇ ਜਾ ਕੇ ਉਹਨਾਂ ਦੀ ਜਿਹੜੀ ਹੈ ਸ਼ਿਫਟਿੰਗ ਹੁੰਦੀ 10 ਹੈ। ਕਿਲੋਮੀਟਰ ਤੇ ਸ਼ਿਫਟ ਬਦਲਦੀ ਹੈ। ਵਿਵਸਥਾ ਕੀ ਕਿਵੇਂ ਕ੍ਰੀਏਟ ਕਰਦੇ ਹੋ? ਪੜਾਅ ਕਿੱਥੇ ਹੋਣਗੇ ਜਾਂ ਲੰਗਰ ਪਾਣੀ ਦਾ ਕੀ ਇਹ ਸਾਰਾ ਸਿਸਟਮ? ਪਿਛਲੇ ਮਤਲਬ ਭਾਜੀ ਅਸੀਂ 21-22 ਸਾਲਾਂ ਤੋਂ ਰੈਗੂਲਰ ਚੱਲ ਰਹੇ ਹਾਂ, ਤੇ ਇਸ ਕਰਕੇ ਸਾਨੂੰ ਮਤਲਬ ਇਹ ਜਿਹੜਾ 300 ਕਿਲੋਮੀਟਰ ਦਾ ਪੜਾਅ ਹੈ ਤਾਂ ਸਾਨੂੰ ਮਤਲਬ ਹਰ ਪੜਾਅ ਦਾ ਪਤਾ ਵੀ ਸਾਡੇ ਸਵੇਰ ਦਾ ਖਾਣਾ ਕਿੱਥੇ ਬਣੇਗਾ, ਦੁਪਹਿਰ ਦਾ ਲੰਗਰ ਕਿੱਥੇ ਬਣਨਾ ਤੇ ਰਾਤ ਦਾ ਲੰਗਰ ਕਿੱਥੇ ਬਣਨਾ। ਰੁਕਣਾ ਤਾਂ ਅਸੀਂ ਰਸਤੇ ਕਿਤੇ ਹੁੰਦਾ ਹੀ ਨਹੀਂ, ਇਹਦਾ ਕੰਟੀਨਿਊ ਚੱਲੀ ਜਾਣਾ। ਸਾਨੂੰ ਜਿਹੜੇ ਸਾਡੀ ਟੀਮ ਹੈ, ਸਾਡੀਆਂ ਟੀਮਾਂ ਅਲੱਗ-ਅਲੱਗ ਬਣੀਆਂ ਹੋਈਆਂ ਨੇ ਜੀ। ਇੱਕ ਲੰਗਰ ਮਤਲਬ ਟੀਮ ਬਣੀ ਹੈ ਜੀ, ਜਿਹੜੀ ਇੱਕ ਸ਼ਿਫਟਿੰਗ ਵਾਲੀ ਟੀਮ ਬਣੀ ਹੈ, ਤੇ ਨਾਲ ਸਾਡੇ ਬਣੀ ਹੈ ਜੀ ਜਿਹੜੇ ਪਾਣੀ ਵਾਲੀ ਵਿਵਸਥਾ ਚੱਲਦੀ ਹੈ ਜੀ। 3 ਟੈਂਪੂ ਸਾਡੇ ਪਾਣੀ ਦੇ ਚੱਲਦੇ ਨੇ ਜੀ, ਤੇ ਇੱਕ ਟੀਮ ਹੈ ਜਿਹੜੀ ਇਹਨਾਂ ਕਾਵੜਿਆਂ ਨੂੰ ਸਾਨੂੰ ਮਤਲਬ ਤਿਆਰ ਕਰਦੀ ਹੈ ਜੀ। ਠੀਕ ਹੈ ਜੀ। ਕਾਵੜੀਆਂ ਨੂੰ ਤਿਆਰ ਕਰਨ ਦਾ ਮਤਲਬ ਕੀ? ਕਾਵੜੀਆਂ ਜਦੋਂ ਵੀ ਕਾਵੜ ਚੱਕਣੀ ਹੈ ਜੀ, ਸਾਰੇ ਕਾਵੜਿਆਂ ਨਹਾ ਕੇ ਸ਼ੁੱਧ ਹੋ ਕੇ ਫਿਰ ਕਾਵੜ ਚੱਕਣੀ ਹੈ। ਅੱਛਾ, ਉਹ ਰਾਤ ਨੂੰ ਚਾਹੇ 2 ਵਜੇ ਹੋਣ, ਚਾਹੇ ਸਵੇਰ ਦੇ 5 ਵਜੇ ਹੋਣ। ਇਹ ਗਰੁੱਪ ਹੈ ਜੀ। ਹਾਂ, ਇਹ ਟਰੱਕ ਦੇ ਸਾਡੇ 21 ਕਾਵੜੀਏ ਨੇ ਜੀ। ਅੱਛਾ, ਇਹ ਬਿਨਾਂ ਪੈਨ ਸੌਣ ਦੀ ਵਿਵਸਥਾ ਕੀਤੀ ਹੈ ਜੀ। ਕੋਈ ਵੀ ਬੰਦਾ ਚੱਪਲ ਲੈ ਕੇ ਅੰਦਰ ਨਹੀਂ ਜਾਏਗਾ। ਚੱਪਲਾਂ ਸਾਰਾ ਸਿਸਟਮ ਰੱਖਿਆ ਜੀ। ਨਾਲ ਹਰ ਇੱਕ ਗੱਡੀ ਦੇ ਨਾਲ ਕੈਂਪਰ ਨਾਲ ਬੰਨਿਆ ਜੀ। ਹੱਥ ਹੋ ਕੇ ਚੜੂਗਾ, ਹੱਥ ਹੋ ਕੇ ਉਤਰੇਗਾ ਜੀ। ਕਿੰਨੇ ਟਰੱਕ ਨੇ ਤੁਹਾਡੇ? 5 ਟਰੱਕ ਨੇ ਜੀ ਜਿਹੜੇ ਗਰੁੱਪ ਕਾਵੜੇ ਗਰੁੱਪ ਨੇ ਜੀ। ਇਹ ਫਿਰ ਲੰਗਰ ਪ੍ਰਸ਼ਾਦ ਇੱਕ ਸੇਵਾਦਾਰ ਨੇ ਜਾਂ ਫਿਰ ਤੁਸੀਂ ਕਿਵੇਂ ਪ੍ਰਬੰਧ ਕਰਦੇ? ਇਹ ਜਿਹੜੀ ਟੀਮ ਹੈ ਜੀ, ਇਹ ਤਾਂ ਪੇਡ ਹੈ ਜੀ। ਅੱਛਾ, ਪੇਡ ਟੀਮ ਹੈ। ਇਹ ਪੇਡ ਟੀਮ ਹੈ ਸਾਰੀ। ਤੁਸੀਂ ਪੇਡ ਹੀ ਲੈ ਕੇ ਚੱਲਦੇ ਹੋ? ਹਾਂ, ਸਾਰਾ ਸਿਸਟਮ ਸਾਡਾ ਪੇਡ ਹੈ ਜੀ। ਰਾਸ਼ਨ ਉੱਥੋਂ ਹੀ ਲੈ ਕੇ ਚੱਲਦੇ? ਰਾਸ਼ਨ ਧੂਰੀ ਤੋਂ ਲੈ ਕੇ ਚੱਲਦੇ। ਜੋ ਥੋੜਾ ਬਹੁਤ ਘਟਦਾ ਤਾਂ ਰਸਤੇ 'ਚ ਲੈਣਾ, ਤੇ ਮਤਲਬ ਜ਼ਿਆਦਾਤਰ ਰਾਸ਼ਨ ਸਾਡਾ ਧੂਰੀ ਤੋਂ ਹੀ ਆਉਂਦਾ ਜੀ। ਕਿੰਨੀਆਂ ਹੁਣ ਐਟ ਪ੍ਰੈਜ਼ੈਂਟ ਕਿੰਨੀਆਂ ਗੱਡੀਆਂ ਦਾ ਕਾਫਲਾ ਤੁਹਾਡੇ ਨਾਲ? ਐਟ ਪੇਰੀਅਡ ਸਾਡੇ ਕੋਲ 12 ਗੱਡੀਆਂ ਨੇ ਜੀ। 6 ਗੱਡੀਆਂ ਮਤਲਬ ਵੱਡੀਆਂ ਨੇ ਜੀ, ਤੇ 6 ਗੱਡੀਆਂ ਸਾਡੀਆਂ ਛੋਟੀਆਂ ਨੇ। ਮੈਂ ਦੇਖਿਆ ਤੁਹਾਡਾ ਦਾ ਲੰਗਰ ਵੀ ਜਿਹੜਾ ਸੀ ਪ੍ਰੋਪਰ 5 ਸਟਾਰ ਵਧੀਆ ਵਾਲਾ ਕੰਮ ਸੀਗਾ। ਇਹ ਫਿਰ ਕਿੰਨਾ ਖਰਚਾ ਕਿਵੇਂ ਤੁਸੀਂ ਸਾਰੀ ਵਿਵਸਥਾ ਕਰਦੇ ਹੋ ਖਰਚੇ ਦੀ? ਇਹ ਸਭ ਜਿੰਨੇ ਸਾਡੇ ਨਾਲ ਕਾਵੜੀ ਨੇ ਜੀ, ਉਹਨਾਂ ਦਾ ਸਹਿਯੋਗ ਹੈ ਜੀ। ਪ੍ਰਧਾਨ ਅਮਨੀਸ਼ ਗਰਗ ਜੀ ਦਾ ਇੱਕ ਸੁਪਨਾ ਸੀ ਵੀ ਆਪਾਂ ਜਿਹੜਾ ਕਿਸੇ ਬੰਦੇ ਤੋਂ ਪੈਸਾ ਮੰਗਣ ਵਾਲੀ ਵਿਵਸਥਾ ਖਤਮ ਕਰਕੇ ਵੀ ਇੱਕ ਝੋਲਾ ਲਾਣਾ ਹੈ। ਝੋਲੇ 'ਚ ਜਿਹਦੀ ਜਿੰਨੀ ਸ਼ਰਧਾ ਹੈਗੀ, ਜੇ ਉਹ ਸਮਰਥਾ ਉਹ ਬੰਦਾ ਉਹ ਝੋਲੇ 'ਚ ਪਾ ਦੇ ਬੰਦ ਮੁੱਠੀ ਕਰਕੇ, ਤੇ ਉਸ ਝੋਲੇ ਵਿੱਚ ਇਹ ਸਾਰਾ ਸਿਸਟਮ ਚੱਲਦਾ ਜੀ। ਜਿਵੇਂ ਕਾਂਵੜ ਸੰਘ ਦਾ ਪੜਾਅ ਸੀਗਾ ਪਿੱਛੇ, ਇਹ ਲਗਾਤਾਰ ਇਸ ਤਰ੍ਹਾਂ ਮਤਲਬ ਇਹ ਸਿਲਸਿਲੇ 'ਚ ਚੱਲਦੇ ਰਹਿੰਦੇ ਆ। ਇਹਨਾਂ ਨੇ ਚੱਲੀ ਜਾਣਾ। ਇਹ ਤਕਰੀਬਨ 21 ਜਾਣੇ ਦਾ ਕਾਫਲਾ ਜਿਹੜਾ ਹੈਗਾ ਉਹ ਲਗਾਤਾਰ ਚੱਲਦਾ ਰਹਿੰਦਾ। ਇਹਦੇ ਨਾਲ ਪਿੱਛੇ ਕੁਝ ਸਾਥੀ ਇਹਨਾਂ ਦੇ ਜਿਵੇਂ ਆਹ ਵੈਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਅੱਛਾ, ਇਹ ਜਿਹੜਾ ਐਕਸਕਲੂਸਿਵ ਇੱਕ ਆਟੋ ਜਿਹੜੀ ਜਲ ਸੇਵਾ ਵਾਸਤੇ ਆ, ਇਹ ਜਿਹੜੇ ਚੱਲ ਰਹੇ ਕਾਂਵੜੀ ਇਹਨਾਂ ਦੀ ਜਲ ਸੇਵਾ ਕਰਦੇ। ਹਰ ਹਰ ਮਹਾਦੇਵ ਕਾਂਵੜ ਸੰਘ ਦਾ ਲੰਗਰ ਜਿਹੜਾ ਹੈ ਚੱਲ ਰਿਹਾ ਤੇ ਉਸ ਲੰਗਰ ਦੀ ਵਿਵਸਥਾ ਅਲੀ ਅਬਦੁੱਲਾ ਪ੍ਰੋਵੀਜ਼ਨ ਸਟੋਰ ਦੇ ਅੱਗੇ ਕੀਤੀ ਗਈ ਹੈ। हिंदू मुस्लिम एकता का जिहड़ा इस तो वड्डा सानू की संदेश मिल सकता है। इस वक्त असी खड़े हाँ जी उत्तराखंड दे विच रायपुर पिंड है तो भगवानपुरा जिहड़ा मेन इहनूं कस्बा पैंदा है। तो उत्थे ये जिहड़ा मौजज़ा होया कि जिवें मैं तुहानूं पहलां भी दस के हटिया कि हर हर महादेव कांवड़ संघ दे लंगर की व्यवस्था है तो अली अब्दुल्ला प्रोविजन स्टोर के अगे है। तो साडे बाई ने मुस्तकीम जी ये जो व्यवस्था है मतलब जैसे एक कांवड़ संघ की व्यवस्था आपकी दुकान के आगे,
आप मुझे ये बताएगा कि पिछले कई सालों से ऐसे ही ये व्यवस्था होती आ रही है? पिछले कई सालों से ऐसी होती आ रही है व्यवस्था और हमारा पूरा सहयोग है। जब कावड़ चलती है, भी पानी या कुछ भी हो तो हम पूरा इंतजाम करते हैं उसके लिए भी। हमारे कोई इतराज नहीं है इससे। देखो सब अपना नाम लेते हैं, अच्छी बात है। और भाईचारा, प्यार मोहब्बत है, सब यही इंसानियत है। यही जो सोच है, इंसानियत की सोच है, भाईचारे की सोच है, यही हमारे देश की बुनियाद है। और जो ताकत भी इसे तोड़ने की कोशिश करेगी उसे मोस्तकिम जैसे भाई और ये महादेव कांवड़ संघ जैसे जो संगठन है वो उसको मजबूत करने की ओर बढ़ेंगे, ऐसा हमारा विश्वास है। सही बात है। और हमारा जिला हरिद्वार जिला है। हाँ। और यहाँ पर सब बहुत प्यार मोहब्बत से, कोई कुछ नहीं है यहाँ पर। सब रहते हैं यहाँ पर प्यार मोहब्बत से, कोई टेंशन वाली बात नहीं। सब अपने अपने धर्म को मानते हैं, बड़ी अच्छी बात है। कावड़ चलती है और भी कोई यात्रा होती है, कोई दिक्कत वाली बात नहीं है। ਇਹ ਯਾਰ ਜਿਹੜੀ ਬਹੁਤ ਖੂਬਸੂਰਤ ਗੱਲ ਇਹਨਾਂ ਨੇ ਕਹੀ ਹੈ, ਮਤਲਬ ਸਾਡੇ ਭਾਈਚਾਰੇ ਦੀ ਇਹੀ ਬੁਨਿਆਦ ਹੈ ਔਰ ਇਹੀ ਹੋਣੀ ਚਾਹੀਦੀ ਹੈ। ਸਾਨੂੰ ਆ ਫਿਰਕਾ ਪ੍ਰਸਤੀ ਤੋਂ ਉੱਠ ਕੇ ਔਰ ਜਿਸ ਤਰ੍ਹਾਂ ਦੀਆਂ ਵੀ ਤਾਕਤਾਂ ਸਾਡੇ 'ਚ ਵੰਡੀਆਂ ਪਾਉਣ ਦੀ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ, ਤੇ ਇਹੋ ਜਿਹੇ ਉਪਰਾਲੇ, ਇਹੋ ਜਿਹੇ ਸਹਿਯੋਗ ਜਿਹੜੇ ਆ ਉਹਨਾਂ ਤਾਕਤਾਂ ਨੂੰ ਜਿਹੜਾ ਹੈ ਤਿੱਖਾ ਤੇ ਸਖਤ ਜਵਾਬ ਦਿੰਦੇ ਰਹਿਣਗੇ ਇਨਸ਼ਾਅੱਲਾ। ਨਾਲ ਜਿਹੜਾ ਹੈਗਾ ਉਹ ਖੇਡ ਕਹਿੰਦੇ ਵੀ ਜੇ ਬੰਦੇ ਦੇ ਅੰਦਰ ਖੇਡ ਹੋਵੇ ਤਾਂ ਉਹਨੂੰ ਖੇਡਣ ਲਈ ਖਿਡੌਣਿਆਂ ਦੀ ਲੋੜ ਨਹੀਂ ਹੁੰਦੀ। ਬੱਚੇ ਜਿਸ ਚੀਜ਼ ਨੂੰ ਵੀ ਹੱਥ ਲਾ ਲੈਣ ਉਹ ਖਿਡੌਣਾ ਬਣ ਜਾਂਦੀ ਹੈ। ਤੇ ਜਦੋਂ ਖੇਡਣ ਦਾ ਚਾਹ ਮਨ 'ਚ ਹੋਵੇ ਤਾਂ ਉਦੋਂ ਫਿਰ ਆ ਜਿਹੜੇ ਬਜਰੀ ਦੇ ਪੱਥਰ ਗੀਟੇ ਨੇ ਇਹ ਵੀ ਬਰੰਟਿਆਂ ਦਾ ਰੂਪ ਲੈ ਲੈਂਦੇ ਆ। बड़े खूबसूरत पल ਜਿਹੜੇ ਨੇ ਇਸ ਵਕਤ ਮੈਂ ਇੰਜੋਏ ਕਰ ਰਿਹਾ ਰਾਏਪੁਰ ਦੇ ਵਿੱਚ। ਲਓ ਜੀ, ਅਸੀਂ ਤਾਂ ਵਾਪਸੀ ਧੂਰੀ ਦਾ ਸਾਡਾ ਸਫ਼ਰ ਸੀਗਾ, ਪਰ ਰਾਹ ਦੇ ਵਿੱਚ ਸਾਨੂੰ ਇੱਕ ਕਾਂਵੜ ਸੰਘ ਜਿਹੜਾ ਉਹ ਹੋਰ ਜਿਹੜੇ ਉਹਦੇ ਦਰਸ਼ਨ ਦੀਦਾਰ ਹੋ ਗਏ ਤੇ ਉਹਨਾਂ ਦਾ ਵੀ ਬਿਲਕੁਲ ਉਵੇਂ ਪੈਟਰਨ ਹੈ, ਗੱਡੀਆਂ ਉਵੇਂ ਚੱਲਦੀਆਂ ਨੇ, ਪੜਾਅ ਲੱਗਦੇ ਨੇ। ਆ ਮੇਰੇ ਪਿੱਛੇ ਤੁਸੀਂ ਬਾਈ ਜੀ ਦੇਖ ਸਕਦੇ ਹੋ ਬੈਠੇ ਹੋਏ ਨੇ। ਇਹ ਹੁਣੇ ਹੀ ਅਜੇ ਜਿਹੜਾ ਉਹ ਕਾਂਵੜ ਇਹਨਾਂ ਦਾ ਚੇਂਜ ਹੋਇਆ, ਮੇਰੇ ਖਿਆਲ 8-10 ਕਿਲੋਮੀਟਰ ਤੁਰ ਕੇ ਆਏ ਹੋਣਗੇ। ਇਹਦੇ 'ਚ ਕੀ ਹੁੰਦਾ ਕਿ ਇੱਕ ਕਾਂਵੜੀਆ ਤਕਰੀਬਨ 8 ਤੋਂ 10-12 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਉਹ ਤੈਅ ਕਰਦਾ। ਪਰੰਪਰਾ ਦੇ ਮੁਤਾਬਕ ਜਿਹੜਾ ਕਾਂਵੜ ਹੈ ਉਹ 1 ਸੈਕਿੰਡ ਲਈ ਵੀ ਰੁਕਣਾ ਨਹੀਂ ਚਾਹੀਦਾ। ਤਾਂ ਜਿੱਥੇ ਵੀ ਇੱਕ ਕਾਂਵੜੀਆ ਮਤਲਬ ਸ਼ਿਫਟ ਬਣੀ ਹੁੰਦੀ 8-10 ਕਿਲੋਮੀਟਰ ਦੀ, ਉੱਥੋਂ ਨਾਲ ਹੀ ਦੂਸਰਾ ਉਹਨੂੰ ਜਿਹੜਾ ਹੈਗਾ ਅਡੋਪਟ ਕਰ ਲੈਂਦਾ। ਔਰ ਇਸ ਸਾਰੇ ਕੁਝ ਦੇ ਵਿੱਚ ਮਤਲਬ ਕਈ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਯਾਨੀ ਕਿ ਅਗਰ 1 ਸੈਕਿੰਡ ਲਈ ਵੀ ਅਗਰ ਕਿਸੇ ਕਾਂਵੜੀਏ ਨੇ ਕਾਂਵੜ ਛੱਡੀ, ਅਗਰ ਉਹਨੇ ਦੁਬਾਰਾ ਤੋਂ ਫੜਨੀ ਹੈ ਤਾਂ ਇੱਕ ਤਾਂ ਉਹਨੂੰ ਪਹਿਲਾਂ ਇਸ਼ਨਾਨ ਕਰਨਾ ਪੈਂਦਾ ਪ੍ਰੋਪਰ, ਮਤਲਬ ਸੁਚਮ ਦਾ ਬਹੁਤ ਖਿਆਲ ਇਹਦੇ ਵਿੱਚ ਰੱਖਿਆ ਜਾਂਦਾ। ਉਹ ਜਿਹੜੀ ਕਾਂਵੜ ਹੁੰਦੀ ਆ ਉਹਦੇ 'ਚ ਬੇਸਿਕਲੀ ਗੰਗਾ ਜਲ ਰੱਖਿਆ ਹੁੰਦਾ ਤੇ ਗੰਗਾ ਜਲ ਜਿਹੜਾ ਉਹ ਹਰਿਦੁਆਰ ਤੋਂ ਲਿਆ ਕੇ ਆਪਣੇ ਆਪਣੇ ਇਲਾਕੇ ਦੇ ਜਿਹੜੇ ਮੰਦਿਰ ਨੇ ਜਾਂ ਜਿਹੜੇ ਵੀ ਉਹਨਾਂ ਨੇ ਅੱਗੇ ਮੁਕਾਮ ਉਹਦੇ ਤੈਅ ਕੀਤੇ ਹੁੰਦੇ ਨੇ ਉੱਥੇ ਉਹ ਗੰਗਾ ਜਲ ਨੂੰ ਚੜਾਉਣਾ ਹੁੰਦਾ ਸ਼ਿਵ ਮੰਦਰਾਂ ਦੇ ਵਿੱਚ। ਮੇਰੇ ਮਿੱਤਰ ਹੀ ਨੇ ਗਮਨ ਜੀ, ਹੁਣ ਇਹਨਾਂ ਨੇ ਜਿਹੜੇ ਅੱਗੋਂ ਸ਼ਿਫਟ ਇਹਨਾਂ ਦੀ ਸ਼ੁਰੂ ਹੋਣੀ ਹੈ। ਤਾਂ ਗਮਨ ਜੀ ਮਤਲਬ ਇਹ ਤੁਹਾਡੀ ਪਹਿਲੀ ਸ਼ਿਫਟ ਹੋਊਗੀ ਸਾਰੀ ਯਾਤਰਾ? ਦੂਸਰੀ। ਪਹਿਲੀ ਤੁਸੀਂ ਪਹਿਲੀ ਹਰੀਕੀ ਪੌੜੀ ਤੋਂ ਸਾਡੀ ਲੱਗੀ ਸੀ ਭਗਵਾਨਪੁਰਾ, ਉਹਦੇ ਵਿੱਚ ਅਸੀਂ ਚੱਲੇ ਸੀ 16 ਕਿਲੋਮੀਟਰ। 16 ਕਿਲੋਮੀਟਰ। ਕਿੰਨਾ ਚਿਰ ਲਗਾਤਾਰ ਪੈਦਲ ਚੱਲੇ? 2.5-3 ਘੰਟੇ। ਆ ਦੇਖੋ ਪਿੱਛੋਂ ਇਹ ਕਾਂਵੜ ਜਿਹੜੇ ਆ ਰਹੇ ਨੇ ਔਰ ਇਹ ਇਸ ਤਰ੍ਹਾਂ ਇਹ ਕਾਂਵੜ ਜਿਹੜਾ ਅਗਲੇ ਪਾਸੇ ਸ਼ਿਫਟ ਹੋਊਗਾ। ਔਰ ਦੇਖੋ ਪ੍ਰੋਪਰ ਜਿਵੇਂ ਆ ਮੇਰੇ ਪਿੱਛੇ ਕਾਂਵੜੀਆ ਬਾਈ ਜੀ ਆ ਰਹੇ ਨੇ ਔਰ ਇੱਥੋਂ ਇਹਨਾਂ ਦੀ ਇਹ ਸ਼ਿਫਟ ਚੇਂਜ ਹੋਈ ਹੈ ਤੇ ਹੁਣ ਇਹ ਜਿਹੜੇ ਬਾਈ ਜੀ ਨੇ ਇਹ ਆਉਣਗੇ ਤੇ ਬੜੇ ਸਤਿਕਾਰ ਦੇ ਨਾਲ ਉਹਨਾਂ ਦਾ ਜਿਹੜਾ ਸਾਰਾ ਖਾਣ ਪੀਣ ਦਾ ਉਹਨਾਂ ਦੀ ਵਿਵਸਥਾ ਦਾ ਧਿਆਨ ਜਿਹੜਾ ਉਹ ਰੱਖਿਆ ਜਾਂਦਾ। ਔਰ ਇਹ ਜਿਹੜਾ ਪੂਰੀ ਕਾਂਵੜ ਯਾਤਰਾ ਹੈ ਇਹ ਮਤਲਬ ਇਹਦੇ 'ਚ ਬਹੁਤ ਕੁਝ ਇਨਵੋਲਵ ਹੁੰਦਾ। ਇਹਦੇ 'ਚ ਜਿੱਥੇ ਵੱਡੇ ਲੈਵਲ 'ਤੇ ਮੈਨ ਪਾਵਰ ਇਨਵੋਲਵ ਹੈ ਅਤੇ ਫਾਈਨੈਂਸਿਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ। ਹੁਣ ਮੈਂ ਦੇਖ ਕੇ ਆਇਆ ਜਿਹੜੇ ਪਿੱਛੇ ਕਾਂਵੜ ਤਕਰੀਬਨ 150 ਤੋਂ ਪੌਣੇ 200 ਬੰਦਾ ਜਿਹੜਾ ਹੈਗਾ ਉਹਦੇ ਨਾਲ ਚੱਲਦਾ, ਜਿਹਦੇ 'ਚ 150 ਤਾਂ ਮਤਲਬ ਸ਼ਰਧਾਲੂ ਹੁੰਦੇ ਨੇ, ਬਾਕੀ
25 ਕੁ ਜਾਣੇ ਦਾ ਜਿਹੜਾ ਸਟਾਫ ਹੁੰਦਾ ਜਿਹੜਾ ਨਾਲ ਲੰਗਰ ਪਾਣੀ ਤੇ ਜਾਂ ਹੋਰ ਪ੍ਰਬੰਧਾਂ ਦੇ ਉੱਤੇ ਲੱਗਦਾ। ਮੈਨ ਪਾਵਰ ਦੇ ਅਕੋਰਡਿੰਗਲੀ ਇੱਕ ਮੋਡੀਫਿਕੇਸ਼ਨ ਵੀ ਆਈ ਹੈ। ਉਹ ਮੋਡੀਫਿਕੇਸ਼ਨ ਇਹ ਆ ਕਿ ਜਿਨ੍ਹਾਂ ਕੋਲੇ ਮੈਨ ਪਾਵਰ ਦੀ ਘਾਟ ਹੁੰਦੀ ਆ ਉਹ ਅਕਸਰ ਵਹਿੰਗੀ ਟਾਈਪ ਜਿਹੜਾ ਕਾਂਵੜ ਹੈ ਉਹਦੀ ਬਜਾਏ ਉਹਨਾਂ ਨੇ ਇੱਕ ਨਵਾਂ ਚੇਂਜ ਲਿਆਂਦਾ। ਜਿਵੇਂ ਆ ਬਾਈ ਜੀ ਆ ਰਹੇ ਨੇ, ਇਹਨਾਂ ਕੋਲੇ ਜੈਕਟ ਹੈ, ਤਾਂ ਉਹਨਾਂ ਨੇ ਜਿਹੜਾ ਗੰਗਾ ਜਲ ਹੈ ਉਹ ਜੈਕਟ ਦੇ ਵਿੱਚ ਰੱਖ ਲਿਆ। ਤਾਂ ਇਸ ਤਰ੍ਹਾਂ ਇਹ ਪੈਦਲ ਤੁਰਦੇ ਜਾਣਗੇ। ਤਾਂ ਇਹ ਜ਼ਰੂਰਤਾਂ ਦੇ ਹਿਸਾਬ ਨਾਲ ਆਉਣ ਵਾਲਾ ਚੇਂਜ ਹੈ। ਹੁਣ ਮੇਰੇ ਨਾਲ ਨੇ ਜੀ ਪੰਕਜ ਧੀਰ ਜੀ ਧੂਰੀ ਤੋਂ ਨੇ। ਵੈਸੇ ਡਰੈਸ ਅਪ ਤਾਂ ਕੋਈ ਖਾਸ ਜਿਵੇਂ ਕੋਈ ਪਰਟੀਕੂਲਰ ਤਾਂ ਨਹੀਂ ਹੈ, ਜਿਵੇਂ ਹਨਾ ਕਿਸੇ ਨੇ ਲੋਅਰ ਪਾਇਆ ਹੋਇਆ, ਕਿਸੇ ਨੇ ਬਿਲਕੁਲ ਜੀ, ਬਿਲਕੁਲ ਆਪਣੇ ਜਿਸ ਤਰ੍ਹਾਂ ਵੀ ਤੁਸੀਂ ਸੌਖੇ ਸਖੱਲੇ ਚੱਲ ਸਕੋ। ਪਰ ਇੱਕ ਮੈਂ ਦੇਖਿਆ ਵੀ ਕਈਆਂ ਨੇ ਸਿਟੀ ਗੱਲ ਚ ਪਾਈ। ਸਿਟੀ ਦਾ ਕੀ ਲੌਜਿਕ ਹੈ? ਇਹ ਸਾਡੇ ਹੁੰਦਾ ਜੀ ਵੀ ਅਸੀਂ ਪਿੱਛੇ ਜਦੋਂ ਕਾਵੜ ਮੋਢੇ ਤੇ ਚੱਕੀ ਹੋਈ ਆ ਤਾਂ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਹੁੰਦਾ। ਅੱਛਾ। ਸੋ ਇੱਕ ਸਿਟੀ ਨੂੰ ਐਜ਼ ਏ ਇੰਡੀਕੇਟਰ ਮੰਨ ਕੇ ਅਸੀਂ ਇੱਕ ਦੂਸਰੇ ਨਾਲ ਇੱਕ ਦੂਸਰੇ ਨੂੰ ਆਪਣੀਆਂ ਮਨ ਦੀਆਂ ਭਾਵਨਾਵਾਂ ਦੱਸ ਦਿੰਦੇ ਆ ਵੀ ਤੂੰ ਹੌਲੀ ਹੋ ਜਾ ਜਾਂ ਤੇਜ਼ ਹੋ ਜਾ ਜਾਂ ਰੁਕ ਜਾ। ਅੱਛਾ। ਉਹ ਸਿਟੀ ਦੀ ਕੋਡ ਵਰਡ ਨੇ ਜੀ। ਪੈਰਾਂ ਦੇ ਵਿੱਚ ਘੁੰਗਰੂ ਤੁਹਾਡੇ ਵੀ ਬੰਨਿਆ ਹੋਇਆ, ਇਹ ਘੁੰਗਰੂ ਦਾ ਕੀ ਲੌਜਿਕ ਹੈ? ਇਹਦਾ ਲੌਜਿਕ ਇਹੀ ਹੈ ਜੀ ਵੀ ਰਾਤ ਦੇ ਸਮੇਂ ਜਦੋਂ ਪੈਦਲ ਚੱਲਦੇ ਆਂ ਵੀ ਕੋਈ ਜੀਵ ਜੰਤੂ ਨੀਚੇ ਆ ਕੇ ਮਿੱਧਿਆ ਨਾ ਜਾਵੇ, ਕੋਈ ਪਾਪ ਨਾ ਹੋ ਜੇ, ਸਿਰਫ ਉਸ ਕਰਕੇ ਵੀ ਖੜਕੇ ਦੀ ਆਵਾਜ਼ ਸੁਣ ਕੇ ਜੀਵ ਜੰਤੂ ਪੈਰਾਂ ਤੋਂ ਪਿੱਛੇ ਹੋ ਜਾਂਦਾ। ਬਾਕੀ ਜਿਹੜਾ ਕਾਂਵੜ ਹੈ ਤੁਸੀਂ ਫਿਰ ਪਿੱਛੋਂ ਹੀ ਤਿਆਰ ਕਰਕੇ ਲਿਆਉਂਦੇ ਹੋ ਜਾਂ ਇੱਥੇ ਆ ਕੇ ਕਰਦੇ? ਹਰਿਦੁਆਰ ਆਪ ਖੁਦ ਆ ਕੇ ਆਪਣੇ ਹੱਥ ਨਾਲ ਤਿਆਰ ਕਰਦੇ ਆਂ ਜੀ। ਇਹ ਕਿੰਨਾ ਕੁ ਇਹਦਾ ਵਜ਼ਨ ਕਿੰਨਾ ਕੁ ਹੁੰਦਾ ਬਾਈ? ਅਪਰੋਕਸੀਮੇਟਲੀ ਜੀ 18 ਤੋਂ 20 ਕਿਲੋ। ਇਹਦੇ ਵਿੱਚ ਜੀ ਇੱਕ ਕਾਵੜ ਦੇ ਵਿੱਚ 11 ਕਲਸ਼ ਪਾਏ ਹੋਏ ਨੇ ਜੀ, ਜਿਹਦੇ ਵਿੱਚ ਤਕਰੀਬਨ ਪਾਈਆ ਤੋਂ 300 ਗ੍ਰਾਮ ਦੇ ਨੇੜੇ ਨੇੜੇ ਪਾਣੀ ਹੁੰਦਾ। ਇੱਕ ਬੰਦਾ 18 ਤੋਂ 20 ਕਿਲੋ ਜਿਹੜਾ ਵਜ਼ਨ ਹੈ ਉਹਨੂੰ ਚੱਕ ਕੇ ਕਿੰਨਾ ਕੁ ਤੁਰ ਲੈਂਦਾ? ਐਵਰੇਜ ਹੁੰਦੀ ਹੈ ਜੀ ਹਰ ਬੰਦੇ ਦੀ ਵੀ ਇੱਕ ਸ਼ਿਫਟ 'ਚ 10 ਕਿਲੋਮੀਟਰ ਕੱਢਦੇ ਹਾਂ ਜੀ। ਟੋਟਲ ਜਿਹੜਾ ਇਹ ਸਫ਼ਰ ਹੈ ਸਾਡਾ ਅਸੀਂ 52 ਤੋਂ 53 ਘੰਟਿਆਂ 'ਚ ਕਵਰ ਕਰਦੇ ਹਾਂ। ਹਰਿਦੁਆਰ ਹਰਕੀ ਪੌੜੀ ਤੋਂ ਲੈ ਕੇ ਧੂਰੀ ਮਹਾਵੀਰ ਮੰਦਿਰ ਤੱਕ। ਤੇ ਹਰ 10 ਕਿਲੋਮੀਟਰ ਬਾਅਦ ਇੱਕ ਛੋਟਾ ਪੜਾਅ ਤਾਂ ਹੈ ਹੀ ਹੈ ਜੀ। ਅੱਛਾ। ਜਿਹੜੇ ਫਾਈਨਲ ਆਪਣੇ ਇੱਕ ਬ੍ਰੇਕਫਾਸਟ ਦਾ, ਇੱਕ ਲੰਚ ਦਾ, ਇੱਕ ਡਿਨਰ ਦਾ ਪੜਾਅ ਹੁੰਦਾ ਹੈ, ਉਹ ਵੱਡੇ ਤੌਰ ਤੇ ਪੂਰੇ ਦੇ ਪੂਰੇ ਸੰਘ ਨੂੰ ਇੱਕ ਜਗ੍ਹਾ ਤੇ ਰੋਕ ਕੇ ਉੱਥੇ ਲੰਗਰ ਬਣਾਇਆ ਜਾਂਦਾ। ਸਾਡੀ ਆਪਦੀ ਵਿਵਸਥਾ ਹੁੰਦੀ ਹੈ, ਆਪ ਹੀ ਬਣਾਉਂਦੇ ਹਾਂ ਤੇ ਆਪ ਹੀ ਛਕਾਉਂਦੇ ਹਾਂ। ਸਾਡੇ ਨਾਲ ਨੀਲਕੰਠ ਜਿਹੜਾ ਕਾਵੜ ਸੰਘ ਹੈ ਉਹਦੇ ਜਿਹੜੇ ਪ੍ਰਧਾਨ ਨੇ ਦੀਪਕ ਗਰਗ ਜੀ, ਉਹ ਜੁੜੇ ਨੇ। ਆਰਗੇਨਾਈਜੇਸ਼ਨ ਹੈ ਤੁਹਾਡੀ, ਇਹ ਕਿੰਨੇ ਚਿਰ ਤੋਂ ਚੱਲ ਰਹੀ ਹੈ ਤੇ ਇਹ ਸਾਰਾ ਕਿਵੇਂ ਤੁਸੀਂ ਮੈਨੇਜ ਕਰਦੇ? ਸਾਡੀ 9ਵੀਂ ਕਾਵੜ ਯਾਤਰਾ ਹੈ। 9 ਸਾਲ ਤੋਂ? 9 ਸਾਲ ਤੋਂ। ਅੱਛਾ, ਹਰ ਸਾਲ ਤੁਸੀਂ ਲੈ ਕੇ ਆਉਂਦੇ ਹੋ? ਹਰ ਸਾਲ ਅਸੀਂ ਨਹੀਂ ਲੈ ਕੇ ਆਉਂਦੇ, ਬਟ ਭਗਵਾਨ ਲੈ ਕੇ ਆਉਂਦਾ ਹੈ, ਉਹੀ ਚਲਾਉਂਦਾ ਇਹਨੂੰ। ਪਲੱਸ ਸਾਡੇ ਜਿਹੜੇ ਕਾਵੜ ਵੀਰ ਭਾਈ ਨੇ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ। ਯੂਥ ਨੂੰ ਪਰੰਪਰਾ ਦੇ ਨਾਲ ਜੋੜੀ ਰੱਖਣਾ ਵੀ ਇਹ ਕਿਵੇਂ ਪੋਸੀਬਲ ਆ? ਤੁਸੀਂ ਕਿਵੇਂ ਇਹਨਾਂ ਨੂੰ ਮੋਟੀਵੇਟ ਕਰਦੇ ਹੋ, ਕਿਵੇਂ ਨਾਲ ਜੋੜਦੇ ਹੋ? ਮੈਂ ਕੋਈ ਮੋਟੀਵੇਟ ਨਹੀਂ ਕਰਦਾ ਇਹਨਾਂ ਨੂੰ। ਇਹਨਾਂ ਦੇ ਅੰਦਰਲੀ ਸ਼ਰਧਾ ਭਾਵਨਾ, ਜਿਵੇਂ ਸਾਡੇ ਸੁੱਖੀ ਨੇ, ਇਹ ਸਾਡੇ ਪੁਰਾਣੇ ਆ ਰਹੇ ਨੇ, ਇਹ ਸਾਡੇ ਸੋਮਾ ਜੀ ਨੇ, ਇਹ ਸਾਡੇ ਪੁਰਾਣੇ 8 ਸਾਲ ਦੇ 9 ਸਾਲ ਦੇ ਆ ਰਹੇ ਨੇ। ਅੱਛਾ, ਜਿਹੜੇ ਮਤਲਬ ਲਗਾਤਾਰ ਤੋਂ ਲਗਾਤਾਰ ਹੀ ਨੇ, ਲਗਾਤਾਰ। ਪਰ ਆਏ ਸਾਲ ਨਵੇਂ ਵੀ ਜੁੜ ਰਹੇ ਨੇ, ਹਰ ਵਾਰ ਆਏ ਸਾਲ ਨਵੇਂ ਬੰਦੇ ਜੁੜ ਰਹੇ ਨੇ, ਜਿਹੜੇ ਵੱਧ ਰਹੇ ਨੇ। ਵਧਣ ਦੇ ਕਾਰਨ ਇਹ ਨਹੀਂ ਹੈ ਪੁਰਾਣੇ ਬੰਦੇ ਹਟ ਗਏ ਨੇ, ਉਹ ਤਾਂ ਆ ਹੀ ਰਹੇ ਨੇ। ਕਵਰਾਂ ਤੋਂ ਕਰੀ ਸੀ, ਕਾਪਟਾਂ ਤੋਂ 3 ਤੋਂ ਕਾਪ ਤਾਂ 3 ਤੋਂ ਕਰੀ ਸੀ, ਹੁਣ 19 ਤੇ ਪਹੁੰਚ ਗਏ ਸੀ। 19 ਕਾਪਟਾਂ ਤੋਂ ਮਤਲਬ ਇੱਕ ਸ਼ਿਫਟ ਦੇ ਵਿੱਚ ਲਗਾਤਾਰ 19 ਬੰਦੇ ਜਾ ਰਹੇ ਨੇ। 19 ਬੰਦੇ ਜਾ ਰਹੇ ਨੇ। 19 ਦੇ 5 ਗਰੁੱਪ ਬਣਾਏ ਹੋਏ ਨੇ। ਹਾਂਜੀ। ਔਰ 95 ਬੰਦਿਆਂ ਨੂੰ ਮਤਲਬ ਇੰਨੇ ਲੰਮੇ 95 ਬੰਦੇ ਹੋ ਗਏ ਬੱਚੇ। ਬਾਕੀ ਮੈਨੇਜਮੈਂਟ ਰੱਬ ਦੀ ਕਿਰਪਾ ਨਾਲ 11 ਗੱਡੀਆਂ ਹੁੰਦੀਆਂ ਨੇ। ਲਸ਼ਕਰ ਜਿਵੇਂ ਲੰਗਰ ਵਾਲੀ ਗੱਡੀ ਹੋ ਗਈ, ਹੋਰ ਗੱਡੀਆਂ ਹੋ ਗਈਆਂ, ਜਿੱਪਾਂ ਹੋ ਗਈਆਂ, ਕਾਰਾਂ ਹੋ ਗਈਆਂ ਜੀ। ਬਹੁਤ ਪ੍ਰਭੂ ਚਲਾਈ ਜਾਂਦਾ, ਪ੍ਰਭੂ ਚਲਾਈ ਜਾਂਦਾ, ਚੱਲੀ ਜਾਂਦਾ ਬਸ। ਇਹਦਾ ਫਾਈਨਾਂਸ ਵੀ ਤੁਹਾਡੀ ਮਤਲਬ ਆਪ ਦੇ ਸੰਗਠਨ ਮੈਂਬਰ ਹੀ ਕਰਦੇ? ਉਹੀ ਕਰਦਾ ਆਪੀ ਬਸ। ਅੱਛਾ, ਵੀ ਆਪੀ ਭੇਜ ਦਿੰਦਾ ਉਹ। ਹਾਂ, ਇਹ ਤਾਂ ਫਿਰ ਉਹੀ ਗੱਲ ਹੈ, ਪੁੱਤ ਚੱਲੀ ਚੱਲ ਟਣਾ 'ਚ ਵਿਆਹ ਟਣਾ 'ਚ। ਚਲੋ, ਇਹਨਾਂ ਦੀ ਗੱਲ ਦਾ ਜਿਹੜਾ ਤੱਤ ਸਾਰ ਉਹ ਤਾਂ ਸਾਰਾ ਇਹੀ ਹੈ ਵੀ ਫੱਕਰਾਂ ਨੇ ਸਭ ਰੱਬ ਤੇ ਛੱਡਿਆ, ਨਾ ਫਿਕਰ ਨਾ ਫਾਕਾ। ਆਪੀ ਹੋਈ ਜਾਂਦਾ। ਜਦੋਂ ਉਹਦੇ ਤੇ ਛੱਡਿਆ ਫਿਰ ਉਹ ਆਪੇ ਹੀ ਚਲਾਈ ਜਾਂਦਾ। ਤੇ ਹੁਣ ਇਹ ਆਪਦੀ ਅੱਗੇ ਤੁਰਨਗੇ। ਪਿੱਛੇ ਜਿਹੜੇ ਤੁਸੀਂ ਦੇਖ ਰਹੇ ਹੋ ਟਰੱਕ ਖੜੇ ਹੋਏ ਨੇ, ਇਹ ਇਹਨਾਂ ਨੇ ਅੱਗੇ ਤੋਰਨੇ ਆ। ਬਸ ਸ਼ਾਮ ਨੂੰ ਘੁੰਮਣਾ ਤੇ ਮੰਦਰ ਆਵਾਂਗੇ। ਇਸ ਤਰ੍ਹਾਂ ਇਹ ਜਿਹੜੀ ਕਾਵੜ ਯਾਤਰਾ ਹੈ, ਚਲਦੀ ਰਾਹ 'ਚ ਕਿਤੇ ਨਾ ਕਿਤੇ ਜਿਹੜੀ ਹੈ ਉਹ ਆਪਦੇ ਪੜਾਅ ਮੁਕਾਮ ਜਿਹੜੀ ਆ ਉਹ ਸਥਾਪਿਤ ਕਰਦੀ ਜਾਂਦੀ ਹੈ। ਜ਼ਿਆਦਾਤਰ ਜਿਹੜੇ ਇਹ ਪੜਾਅ ਨੇ ਇਹ ਪੈਟਰੋਲ ਪੰਪਾਂ ਦੇ ਉੱਤੇ ਹੁੰਦੇ ਨੇ। ਤੇ ਜਿਵੇਂ ਹੁਣ ਆ ਤੁਸੀਂ ਦੇਖ ਸਕੋ ਕਿ ਪੈਟਰੋਲ ਪੰਪਾਂ 'ਤੇ ਜਿਹੜਾ ਹੈਗਾ ਉਹ ਨਹਾਉਣ ਵਗੈਰਾ ਦੀ ਵਿਵਸਥਾ ਸੌਖੀ ਹੋ ਜਾਂਦੀ ਹੈ, ਪਾਰਕਿੰਗ ਨੂੰ ਸਪੇਸ ਮਿਲ ਜਾਂਦੀ ਹੈ। ਤੇ ਆਹ ਦੇਖੋ, ਇੱਕ ਪਾਸੇ ਜਿਵੇਂ ਲੰਗਰ ਦੀ ਵਿਵਸਥਾ ਚੱਲ ਰਹੀ ਹੈ, ਉਵੇਂ ਹੀ ਇੱਕ ਪਾਸੇ ਆਹ ਨਹਾਉਣ ਧੋਣ ਦਾ ਬੰਦੋਬਸਤ ਜਿਹੜਾ ਹੈਗਾ ਉਹ ਚੱਲ ਰਿਹਾ ਕਾਂਵੜੀਆਂ ਦਾ। ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਗਿਆ ਵੀ ਇਹਨਾਂ ਨੇ ਸੁਚਮਤਾ ਦਾ ਬਹੁਤ ਖਿਆਲ ਰੱਖਣਾ ਹੁੰਦਾ। ਤੋ ਨਹਾ ਧੋ ਕੇ ਹੀ ਕਾਂਵੜ ਨੇ ਜਿਹੜੀ ਸ਼ਿਫਟ ਹੈ ਉਹ ਤਬਦੀਲ ਕਰਨੀ ਹੁੰਦੀ ਹੈ। ਪ੍ਰਬੰਧਾਂ ਪੱਖੋਂ ਬਹੁਤ ਹੀ ਲਾਮਿਸਾਲ ਜਿਹੜਾ ਵਿਵਸਥਾ ਬਣੀ ਹੋਈ ਹੈ। ਇਹ ਸਾਲਾਂ ਦੇ ਸਾਲ ਚੱਲਦੇ ਰਹਿਣ ਕਰਕੇ ਇਹਨਾਂ ਦੀ ਵਿਵਸਥਾ ਪੱਕੀ ਸੈਟਅਪ ਹੋਈ ਹੁੰਦੀ ਹੈ। ਪਬਲਿਕ ਐਡਮਿਨਿਸਟ੍ਰੇਸ਼ਨ ਦਾ ਸਟੂਡੈਂਟ ਹੋਣ ਨਾਤੇ ਮੈਂ ਇਸ ਚੀਜ਼ ਦਾ ਮਹੱਤਵ ਸਮਝ ਪਾ ਰਿਹਾ ਕਿ ਜਿਹੜਾ ਪ੍ਰਬੰਧਕੀ ਵਿਵਸਥਾ ਦੇ ਨਾਲ ਹੀ ਪਰੰਪਰਾ ਨੂੰ ਜਿਹੜਾ ਹੈ ਉਹ ਇਹ ਇਸ ਤਰੀਕੇ ਨਾਲ ਨਿਭਾ ਪਾ ਰਹੇ ਨੇ। ਤਾਂ ਪ੍ਰਬੰਧਕੀ ਵਿਵਸਥਾ ਦਾ ਮਹੱਤਵ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਆ ਕਿ ਐਡੇ ਵੱਡੇ ਲੈਵਲ 'ਤੇ ਪ੍ਰਬੰਧ ਨੂੰ ਅਗਰ ਕੋਈ ਵਿਵਸਥਾ ਚੱਲ ਰਹੀ ਆ ਤਾਂ ਉਹ ਕਿਸੇ ਗੱਲ ਕਰਕੇ ਚੱਲ ਰਹੀ ਹੈ। ਮੈਂ ਧੰਨਵਾਦ ਕਰਦਾ ਇਹਨਾਂ ਸਾਰਿਆਂ ਦਾ, ਖਾਸ ਤੌਰ 'ਤੇ ਮਨੀਸ਼ ਜੀ ਦਾ, ਮੰਨਾ ਜੰਦਲ
ਕਿ ਇਹਨਾਂ ਦੀ ਬਦੌਲਤ ਮੈਨੂੰ ਇੱਕ ਵੱਖਰੇ ਸੰਸਾਰ ਦੇ, ਕਿਉਂਕਿ ਮੈਂ ਕਦੇ ਵੀ ਹਿੰਦੂ ਕਲਚਰ ਨੂੰ ਇਹਨਾਂ ਨਜ਼ਦੀਕ ਤੋਂ ਨਹੀਂ ਦੇਖਿਆ, ਤਾਂ ਮੈਨੂੰ ਦੇਖਣ ਦਾ ਮੌਕਾ ਮਿਲਿਆ। ਇੱਕ ਮਤਲਬ ਧਾਰਮਿਕ ਸਥਾਨ ਦੇ ਦਰਸ਼ਨ ਕੀਤੇ, ਉੱਥੇ ਧਾਰਮਿਕ ਰਸਮਾਂ ਦਾ ਬੰਦੇ ਦੀ ਜ਼ਿੰਦਗੀ 'ਚ ਕੀ ਮਹੱਤਵ ਹੈ। ਨੋ ਡਾਊਟ ਕਈ ਵਾਰੀ ਤੁਸੀਂ ਇਤਫਾਕ ਨਹੀਂ ਵੀ ਰੱਖ ਦਿੰਦੇ, ਪਰ ਫਿਰ ਵੀ ਜਦੋਂ ਤੁਸੀਂ ਵਿਚਰਦੇ ਹੋ ਤੁਹਾਨੂੰ ਉਹਦੇ ਮਹੱਤਵ ਦਾ ਪਤਾ ਲੱਗਦਾ ਕਿ ਉਹਦੀ ਇੰਪੋਰਟੈਂਸ ਕੀ ਹੈ, ਤੇ ਬੜਾ ਅੱਛਾ ਲੱਗਿਆ। ਬਾਬਾ ਜੀ ਚੱਲੀਏ ਫਿਰ, ਚੱਲੀਏ ਆਪਾਂ। ਹਾਂਜੀ ਬਾਬਾ ਜੀ। ਹਾਂ, ਇਹਨਾਂ ਦਾ ਕੰਮ ਇਹ ਚਲਾਉਣਗੇ, ਆਪਾਂ ਆਪਣਾ ਚਲਾਈਏ। ਆਓ ਜੀ। ਹਾਂਜੀ, ਤੋ ਦਿਨ ਭਰ ਦੀ ਇਸ ਲੰਬੀ ਯਾਤਰਾ ਤੋਂ ਬਾਅਦ ਕਾਫੀ ਹੈਪਨਿੰਗ ਦਿਨ ਜਿਹੜਾ ਹੋ ਰਿਹਾ। ਕਾਂਵੜ ਯਾਤਰਾ ਮੈਂ ਪਹਿਲੀ ਵਾਰੀ ਇੰਨੀ ਪ੍ਰਬੰਧਕੀ ਪੱਖ ਤੋਂ ਇੰਨੀ ਨੇੜਿਓਂ ਦੇਖੀ, ਸਮਝੀ ਜਾਣੀ। ਪਤਾ ਨਹੀਂ ਕਿਵੇਂ ਯਾਰ ਇਹਨਾਂ ਦੀ એનર્ਜੀ, ਇੰਨਾ ਲੋਕ ਤੁਰ ਕਿਵੇਂ ਲੈਂਦੇ ਨੇ, ਇੰਨੀ એનર્ਜੀ ਕਿੱਥੋਂ ਆਉਂਦੀ ਹੈ? ਇਸ એનર્ਜੀ ਦਾ ਕੀ ਸਾਧਨ ਹੋ ਸਕਦਾ, ਕੀ ਸਰੋਤ? ਹਾਂਜੀ ਬਾਬਾ ਜੀ ਤੁਰਨ ਵਾਲੀ ਗੱਲ ਤਾਂ ਜੀ ਤੁਹਾਨੂੰ ਮੈਂ ਦੱਸਦਾ ਜੀ। ਕਿਵੇਂ ਬਾਬਾ ਜੀ? ਤੁਰਨ ਵਾਲੀ ਗੱਲ ਤਾਂ ਜੀ ਤੁਹਾਨੂੰ ਮੈਂ ਸੁਣਾਉਣਾ ਜੀ। ਹਾਂ, ਆਪਣਾ ਹੈਪੀ ਨਹੀਂ ਜੀ, ਮਨੀਮ ਜੀ ਆਪਣਾ, ਹਾਂ ਉਹ ਬੱਲਵਾਲ ਵਾਲਾ ਜੀ, ਢੀਂਡਸਾ। ਹਾਂ ਜੀ। ਆਪਾਂ ਬਾਬਾ ਜੀ ਜਦੋਂ ਕਿਸਾਨ ਅੰਦੋਲਨ ਤੇ ਤੁਰ ਕੇ ਗਏ ਜੀ ਦਿੱਲੀ। ਹਾਂ, ਸ਼ੰਭੂ ਤੋਂ ਦਿੱਲੀ। ਹਾਂ, ਸ਼ੰਭੂ ਤੋਂ ਸਿੰਘੂ। ਹਾਂ, ਸ਼ੰਭੂ ਤੋਂ ਸਿੰਘੂ ਗਏ ਜੀ ਜਦੋਂ। ਉਦੋਂ ਜੀ ਹੈਪੀ ਆਪਣੇ ਨਾਲ ਗਿਆ ਸੀ ਤੁਰ ਕੇ ਜੀ। ਅੱਛਾ। ਅਸੀਂ ਜੀ ਸ਼ੰਭੂ ਤੋਂ ਚੱਲੇ ਜੀ ਤੁਰ ਕੇ 48 ਕਿਲੋਮੀਟਰ ਅਸੀਂ ਨੇ ਜੀ ਰਾਤ ਤੱਕ ਤੈਅ ਕਰਿਆ ਜੀ। ਰਾਤ ਨੂੰ ਅਸੀਂ ਜਦੋਂ ਉੱਥੇ ਪਹੁੰਚੇ, ਜਾ ਕੇ ਅਸੀਂ ਆਪਦੀ ਰੋਟੀ ਖਾ ਕੇ ਪੈਣ ਲੱਗੇ। ਉਹ ਰੋਟੀ ਖਾ ਕੇ ਜੀ ਉਹ ਤੁਰਿਆ ਜਾਵੇ। ਮੈਂ ਕਿਹਾ ਕਿੱਧਰ ਜਾਣਾ? ਕਹਿੰਦਾ ਮੈਂ ਸੈਰ ਕਰਨ ਚੱਲਿਆ ਵਾਂ। ਮੈਂ ਬਾਬਾ ਜੀ ਉਹਨੂੰ ਕਹਾ, ਮੈਂ ਕਿਹਾ ਯਾਰ 48 ਕਿਲੋਮੀਟਰ ਤਾਂ ਆਪਾਂ ਤੁਰਿਆ ਯਾਰ, ਵੀ ਹਜੇ ਸੈਰ ਬਾਕੀ ਹੈਗੀ, ਤੂੰ ਰੋਟੀ ਖਾ, ਥੱਕੇ ਪਿਆ, ਤੂੰ ਸੌਂ ਜਾ। ਕਹਿੰਦਾ ਨਾ ਜੀ ਮੈਨੂੰ ਤਾਂ ਸੈਰ ਕਰਨ ਦੀ ਰੋਟੀ ਤੋਂ ਬਾਅਦ ਆਦਤ ਬਣੀ ਹੋਈ ਆ। ਮੈਂ ਤਾਂ ਕਹਿੰਦਾ ਜੀ ਤੁਰ ਕੇ ਆਉਂਗਾ, ਸੈਰ ਕਰਕੇ ਆਉਂਗਾ। ਤੁਰਨ ਵਾਲੇ ਤਾਂ ਜੀ ਬੰਦੇ ਬਾਬਾ ਜੀ ਗਾਹਾਂ ਤੋਂ ਗਾਹਾਂ ਪਏ ਨੇ ਜੀ। ਹੁਣ ਤੁਹਾਨੂੰ ਪਤਾ, ਤੁਹਾਨੂੰ ਕੀ ਦੱਸੀਏ ਜੀ। ਹੈਪੀ ਦੀ ਇਸ ਮਤਲਬ ਗੱਲ ਨਾਲ ਅਸੀਂ ਇਸ ਵਲੌਗ ਦੀ ਹੈਪੀ ਐਂਡਿੰਗ ਕਰ ਰਹੇ ਹਾਂ। ਬੜੀ ਜ਼ਬਰਦਸਤ ਗੱਲ ਸੁਣਾਈ। ਮਤਲਬ ਇਹ ਤਾਂ ਹੁਣ ਉਹਨੂੰ ਪਹਿਲਾਂ ਮੈਂ ਕੱਲ੍ਹ ਜਾ ਕੇ ਪੁੱਛੂੰਗਾ ਵੀ ਕਿ ਹੈਪੀ ਯਾਰ ਵੀ ਤੂੰ ਮਤਲਬ 48 ਕਿਲੋਮੀਟਰ ਤੁਰ ਕੇ ਫੇਰ ਸੈਰ ਕਰਦਾ ਰਾਤ ਦੀ ਰੋਟੀ ਤੋਂ ਬਾਅਦ। ਤੋ ਯਕੀਨਨ ਤੁਹਾਨੂੰ ਵੀ ਇਸ ਵਲੌਗ 'ਚ ਕਾਫੀ ਕੁਛ ਨਵੀਆਂ ਗੱਲਾਂ ਪਤਾ ਲੱਗੀਆਂ ਹੋਣਗੀਆਂ। ਬਹੁਤ ਕੁਝ ਐਸਾ ਹੋਊਗਾ ਜਿਹੜਾ ਅਸੀਂ ਕਵਰ ਨਹੀਂ ਕਰ ਪਾਏ ਹੋਵਾਂਗੇ। ਤੋ ਤੁਸੀਂ, ਸਾਡੀ ਇਹੀ ਬੇਨਤੀ ਹੈ ਕਿ ਤੁਸੀਂ, ਇਹ ਵੀ ਵੱਡੀ ਗੱਲ ਹੈ, ਤੁਸੀਂ ਇਸ ਪਲ ਤੱਕ ਇਸ ਵਲੌਗ ਨੂੰ ਦੇਖਿਆ, ਅਖੀਰ ਤੱਕ ਦੇਖਿਆ। ਤੁਹਾਡੇ ਸਾਰਿਆਂ ਦਾ ਬਹੁਤ 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 ਧੰਨਵਾਦ। ਥੈਂਕ ਯੂ।